ਸੱਜਣੋ ਤੇ ਬੇਲੀਓ अस्सलाम वालेकुम। मैं ਤੁਹਾਡਾ ਆਪਣਾ ਮੇਜ਼ਬਾਨ ਅਖਤਰ ਹੁਸੈਨ। ਅੱਜ ਦਾ ਜਿਹੜਾ ਪ੍ਰੋਗਰਾਮ ਅਸੀਂ ਤੁਹਾਡੇ ਕੋਲ ਲੈ ਕੇ ਹਾਜ਼ਰ ਹੋਏ ਹਾਂ, ਇਹਦੇ ਵਿੱਚ ਅਸੀਂ ਕਰਾਚੀ ਜਲਸੇ ਤੋਂ ਬਾਅਦ ਪੈਦਾ ਹੋਣ ਵਾਲੀ ਸੂਰਤ ਹਾਲ 'ਤੇ ਗੱਲਬਾਤ ਕਰਾਂਗੇ। ਇਸ ਤੋਂ ਪਹਿਲਾਂ ਅਸੀਂ ਪ੍ਰੋਗਰਾਮ ਸ਼ੁਰੂ ਕਰੀਏ, ਵੱਧੋ ਵੱਧ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਹੁਣ ਅਸੀਂ ਆਪਣੇ ਸਵਾਲਾਂ ਲਾਉਂਦੇ ਹਾਂ। ਸਾਡੇ ਮੇਜ਼ਬਾਨ ਅਮਾਰ ਯਾਸਰ ਸਾਹਿਬ ਕੋਲੋਂ ਸਵਾਲ ਕਰਾਂਗੇ ਅਸੀਂ। ਜੀ ਅਮਾਰ ਯਾਸਰ ਸਾਹਿਬ, ਪਹਿਲਾ ਸਵਾਲ ਹੈ ਤੁਹਾਡੇ ਕੋਲੋਂ, ਕੈਪਟਨ ਸਫਦਰ ਦੀ ਗ੍ਰਿਫਤਾਰੀ ਦੇ ਬਾਰੇ 'ਚ ਕੁਝ ਦੱਸੋ ਸਾਨੂੰ। ਬਹੁਤ ਬਹੁਤ ਸ਼ੁਕਰੀਆ ਜਨਾਬ ਤੁਹਾਡਾ ਅਖਤਰ ਸਾਹਿਬ। ਜਿਹੜਾ ਤੁਹਾਡਾ ਸਵਾਲ ਹੈ ਕਿ PDM ਦਾ ਕਰਾਚੀ ਵਿੱਚ ਜਿਹੜਾ ਜਲਸਾ ਹੋਇਆ ਹੈ, ਉਸ ਜਲਸੇ ਤੋਂ ਬਾਅਦ ਕੈਪਟਨ ਸਫਦਰ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਲਜ਼ਾਮ ਉਹਨਾਂ 'ਤੇ ਇਹ ਲੱਗਾ ਹੈ ਕਿ ਉਹਨਾਂ ਮਜ਼ਾਰੇ ਕਾਇਦ ਤੇ ਹੁੱਲੜਬਾਜ਼ੀ ਕੀਤੀ, ਨਾਅਰੇਬਾਜ਼ੀ ਕੀਤੀ ਹੈ। ਠੀਕ ਹੈ, ਅਗਰ ਇਹ ਕਾਨੂੰਨ ਮੌਜੂਦ ਹੈ ਤੇ ਅਗਰ ਗ੍ਰਿਫਤਾਰ ਹੋਇਆ ਤਾਂ ਕੋਈ ਮਸਲਾ ਨਹੀਂ, ਲੇਕਿਨ ਅਸਲ ਮਸਲਾ ਇਹ ਵੇ ਕਿ ਗ੍ਰਿਫਤਾਰੀ ਦਾ ਤਰੀਕਾਕਾਰ ਕੀ ਹੈ। ਹੁਣ ਇਹਦੇ ਬਾਰੇ ਅਸੀਂ ਇਹਦੇ ਮੁਹਰਕਾਤ ਵੇਖਦੇ ਹਾਂ ਕਿ ਆ ਕਦਾਈਓ ਕੋਈ ਪੈਗਾਮ ਦੇਣ ਦੀ ਵਜ੍ਹਾ ਤੇ ਨਹੀਂ, ਕਿ ਕੋਈ ਪੈਗਾਮ ਤੇ ਨਹੀਂ ਕਦਾਈਓ ਦਿੱਤਾ ਗਿਆ। ਪਹਿਲੀ ਗੱਲ ਵੇਖੋ ਕਿ ਜਿਹੜਾ ਇਲਜ਼ਾਮ ਹੈ ਨੂਨ ਲੀਗ ਦਾ, ਉਹ ਇਹ ਵੇ ਕਿ ਦਰਵਾਜ਼ਾ ਤੋੜ ਕੇ ਕੈਪਟਨ ਸਫਦਰ ਨੂੰ ਗ੍ਰਿਫਤਾਰ ਕੀਤਾ ਗਿਆ ਜਦੋਂ ਕਿ ਮਰੀਮ ਤੇ ਕੈਪਟਨ ਸਫਦਰ ਹੋਟਲ ਦੇ ਕਮਰੇ ਸੁੱਤੇ ਪਏ ਸਨ। ਇਹ ਏਡਾ ਵੱਡਾ ਕੋਈ ਜੁਰਮ ਨਹੀਂ ਸੀ ਹੈ ਜਿਹਦੀ ਇਹ ਸਜ਼ਾ ਦਿੱਤੀ ਗਈ ਹੈ। ਗੋਇਆ ਕਿ ਇਸ ਤਰ੍ਹਾਂ ਲੱਗਦਾ ਹੈ ਜਿਸ ਤਰ੍ਹਾਂ ਕੋਈ ਮੈਸੇਜ ਦਿੱਤਾ ਗਿਆ। ਦੂਸਰਾ ਤੁਸੀਂ ਇਹ ਵੇਖੋ, ਇਹਦੇ ਨਾਲ ਹਕੂਮਤ ਦਾ ਇੱਕ ਮੌਕਫ ਹੈ। ਪਹਿਲੇ ਉਸ ਮੌਕਫ ਵੱਲ ਗੌਰ ਕਰਨੇ ਆ ਤੇ ਫਿਰ ਪਤਾ ਲੱਗਦਾ ਹੈ ਕਿ ਮੌਕਫ ਕਿਹਨਾਂ ਦਾ ਦਰੁਸਤ ਹੈ। ਹਕੂਮਤ ਰਵਾਇਤੀ ਤੌਰ ਤੇ ਦੂਸਰਿਆਂ ਤੇ ਹੀ ਟਾਲ ਮਟੋਲ ਨਾਲ ਕੰਮ ਲੈ ਰਹੀ ਹੈ ਤੇ ਦੂਸਰਿਆਂ ਤੇ ਮੁਕੱਦਮਾ ਪਾ ਰਹੀ ਹੈ। ਹਕੂਮਤ ਕਹਿ ਰਹੀ ਹੈ ਸਿੰਧ ਗੌਰਮੈਂਟ ਨੇ ਡਾਜ ਕੀਤਾ ਹੈ, ਨੂਨ ਲੀਗ ਨੂੰ ਖੁਦ ਹੀ ਕੰਮ ਕੀਤਾ ਹੈ। ਸਿੰਧ ਦੀ ਪੁਲਿਸ ਨੇ ਫੜਿਆ ਹੈ ਤੇ ਉਹਨਾਂ ਸਿੰਧ ਦੀ ਪੁਲਿਸ ਨੇ ਫੜ ਕੇ ਤੇ ਖੁਦ ਹੀ ਜਨਾਬ ਮਜ਼ਲੂਮ ਜਲਸੇ ਵਿੱਚ ਵੀ ਬੁਲਾਇਆ ਤੇ ਖੁਦ ਹੀ ਮਜ਼ਲੂਮ ਬਣ ਗਏ ਨੇ। ਦੂਜੇ ਪਾਸੇ ਇੱਕ ਨਵਾਂ ਇਲਜ਼ਾਮ ਸੁਣਨੇ ਚ ਆ ਰਿਹਾ ਹੈ ਜਿੰਦਾ ਹਰ ਪਾਸੇ ਚਰਚਾ ਹੈ। ਉਹ ਇਹ ਵੇ ਕਿ ਰੇਂਜਰ ਨੇ IG ਨੂੰ ਅਗਵਾ ਕਰਕੇ ਉਹਦੇ ਕੋਲ ਜ਼ਬਰਦਸਤੀ ਇਹ ਕਾਰਵਾਈ ਕਰਵਾਈ ਹੈ। ਅੱਛਾ, ਅਗਰ ਅਸੀਂ ਇਸ ਮਾਮਲੇ ਨੂੰ ਵੇਖਦੇ ਹਾਂ ਤੇ ਸਾਹਮਣੇ ਦੇ ਕੁਝ ਸਦਾਕਤ ਨਜ਼ਰ ਆਉਂਦੀ ਹੈ। ਪਹਿਲੇ ਪੀਪਲ ਪਾਰਟੀ ਦੀ ਸਾਰੀ ਕਿਆਦਤ ਇਹਦੀ ਤੇ ਪ੍ਰੈਸ ਕਾਨਫਰੰਸਾਂ ਕਰ ਰਹੀ ਹੈ। ਪਹਿਲੇ ਤਾਂ ਮਾਮਲਾ ਸੀ ਜ਼ੁਬੈਰ ਦਾ। ਮੁਹੰਮਦ ਜ਼ੁਬੈਰ ਸਾਹਿਬ ਨੇ ਇਹ ਪਹਿਲਾਂ ਆਡੀਓ ਲੀਕ ਕੀਤੀ ਕਿ ਮੈਨੂੰ ਵਜ਼ੀਰ ਆਲਾ ਸਿੰਧ ਨੇ ਦੱਸਿਆ ਹੈ ਕਿ IG ਸਿੰਧ ਨੂੰ ਅਗਵਾ ਕਰਕੇ ਸਾਰੀ ਵਾਰਦਾਤ ਕਰਵਾਈ ਗਈ ਹੈ। ਜਿੰਦੇ ਤੋਂ ਬਾਅਦ IG ਸਾਹਿਬ ਨੇ ਛੁੱਟੀਆਂ ਵਾਸਤੇ ਦਰਖਾਸਤ ਦੇ ਦਿੱਤੀ ਹੈ ਇਤਜਾਜਨ। ਫਿਰ IG ਤੋਂ ਥੱਲੇ ਜਿੰਨੇ ਵੀ ਆਫਿਸਰ ਨੇ, ਈਵਨ ASI ਰੈਂਕ ਦੇ ਆਫਿਸਰ ਜਿਹੜੇ ਸਨ, ਉਹਨਾਂ ਵੀ ਛੁੱਟੀ ਵਾਸਤੇ ਦਰਖਾਸਤ ਦੇ ਦਿੱਤੀ ਹੈ ਇਤਜਾਜਨ ਜੀ। ਉਸ ਤੋਂ ਬਾਅਦ ਬਿਲਾਵਲ ਨੇ ਪ੍ਰੈਸ ਕਾਨਫਰੰਸ ਕੀਤੀ ਹੈ। ਬਿਲਾਵਲ ਨੇ ਪ੍ਰੈਸ ਕਾਨਫਰੰਸ ਵਿੱਚ ਆਰਮੀ ਚੀਫ ਨੂੰ ਮੁਖਾਤਬ ਕੀਤਾ ਤੇ ਉਹਨੇ ਕਿਹਾ ਕਿ ਤੁਸੀਂ ਨੋਟਿਸ ਲਵੋ। ਆਰਮੀ ਚੀਫ ਨੇ ਨੋਟਿਸ ਲਿਆ ਹੈ। ਹੁਣ ਕਮੇਟੀ ਬਣਾ ਦਿੱਤੀ ਗਈ ਹੈ ਤੇ ਵੇਖਣੇ ਆ, ਇੰਤਜ਼ਾਰ ਕਰਨੇ ਆ ਤਹਿਕੀਕਾਤ ਕੀ ਸਾਹਮਣੇ ਆਉਂਦੀ ਹੈ। ਤੀਸਰੀ ਥਿਊਰੀ ਇਹਦੀ ਇੱਕ ਔਰ ਵੀ ਨਜ਼ਰ ਆ ਰਹੀ ਹੈ ਪਿੱਛੇ ਸਾਨੂੰ ਕਿ ਪਾਕਿਸਤਾਨ ਮੁਸਲਿਮ ਲੀਗ ਨੂਨ ਦੀ ਸਿਆਸਤ ਕਦੀ ਵੀ ਹਕੂਮਤ ਜਾਂ ਸਟੈਬਲਿਸ਼ ਮੁਖਾਲਿਫ ਨਹੀਂ ਹੋਈ। ਵਕਤੀ ਸੇ ਕਈ ਦਫਾ ਮੀਆਂ ਸਾਹਿਬ ਇਹ ਕੋਸ਼ਿਸ਼ ਕਰਦੇ ਨੇ ਕਿ ਉਹ ਆਪਣੇ ਆਪ ਨੂੰ ਐਂਟੀ ਸਟੈਬਲਿਸ਼ਮੈਂਟ ਵਹਾਣ, ਲੇਕਿਨ ਜਦੋਂ ਉਹਨਾਂ ਨੂੰ ਮੌਕਾ ਮਿਲਦਾ ਹੈ ਉਹ ਸਾਰੇ ਮਾਮਲਾਤ ਆਪਣੇ ਹੱਲ ਕਰ ਲੈਂਦੇ ਨੇ ਜਿਸ ਤਰ੍ਹਾਂ ਵੀ ਉਹਨਾਂ ਕਰਨੇ ਹੋਣ ਜੀ। ਇਸ ਮਾਮਲੇ ਨੂੰ ਜ਼ਰਾ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ। ਕੁਛ ਲੋਕ ਇਸ ਮਾਮਲੇ ਨੂੰ ਜਨਰਲ ਕਿਆਨੀ ਤੇ ਮੁਸ਼ਰਫ ਦੇ ਮਾਮਲੇ ਵਿੱਚ ਵੀ ਰੈਫਰ ਕਰਦੇ ਨੇ। ਮੁਸ਼ਰਫ ਸਾਹਿਬ ਨੇ ਇਲਜ਼ਾਮ ਲਾਇਆ ਹੈ ਕਿ ਜਨਰਲ ਕਿਆਨੀ ਨੇ 2007 ਤੇ ਮੇਰੀ ਮਦਦ ਨਹੀਂ ਕੀਤੀ ਵਰਦੀ ਉਤਾਰਨ ਦੇ ਮਾਮਲੇ ਦੇ ਵਿੱਚ। ਇਹ ਜਨਰਲ ਸ਼ਾਹ ਨਵਾਜ਼ ਦੀ ਕਿਤਾਬ ਜਦੋਂ ਅਸੀਂ ਬੈਟਰ ਫਾਰ ਪਾਕਿਸਤਾਨ ਪੜ੍ਹਨੇ ਆ ਤੇ ਉਹਦੇ ਵਿੱਚ ਇਸ ਇੰਟਰਵਿਊ 'ਚ ਸਾਬਤ ਹੁੰਦੇ ਆ ਕਿ ਸ਼ਾਇਦ
ਕੋਈ ਇਸ ਤਰ੍ਹਾਂ ਦੇ ਅੰਡਰਗਰਾਉਂਡ ਮਾਮਲਾ ਫੌਜ ਦੇ ਵਿੱਚ ਵੀ ਹੁੰਦੇ ਨੇ। ਤੇ ਨਵਾਜ਼ ਸ਼ਰੀਫ ਕਦੀ ਵੀ ਇਤਜਾਜ ਫੌਜ ਦੇ ਆਸ਼ੀਰਵਾਦ ਤੋਂ ਬਗੈਰ ਨਹੀਂ ਕਰਦਾ। ਮੇਰਾ ਖਿਆਲ ਹੈ ਫਿਲਹਾਲ ਤੇ ਸਾਜ਼ਿਸ਼ੀ ਥਿਊਰੀ ਹੈ, ਲੇਕਿਨ ਵਕਤ ਗੁਜ਼ਰਨ ਤੋਂ ਬਾਅਦ ਇਹਦੇ ਬਾਰੇ ਲਿਖਿਆ ਵੀ ਜਾਏਗਾ, ਕਿਤਾਬਾਂ ਵੀ ਆਉਣਗੀਆਂ ਤੇ ਹਕਾਇਕ ਸਾਡੇ ਸਾਹਮਣੇ ਆ ਜਾਣਗੇ। ਅਮਾਰ ਸਾਹਿਬ, ਦੂਸਰਾ ਸਵਾਲ ਇਹ ਵੇ ਤੁਹਾਡੇ ਕੋਲੋਂ ਕਿ ਕਰਾਚੀ ਵਿੱਚ ਨਵਾਜ਼ ਸ਼ਰੀਫ ਦੀ ਤਕਰੀਰ ਨਾ ਕਰਨ ਦੀ ਵਜ੍ਹਾ। ਅਖਤਰ ਸਾਹਿਬ, ਜਦੋਂ ਅਸੀਂ ਵੇਖਦੇ ਹਾਂ ਇਹ ਸਾਰੀ ਸੂਰਤ-ਏ-ਹਾਲ ਨੂੰ ਕਿ ਗੁਜਰਾਂਵਾਲਾ ਵਿੱਚ ਨਵਾਜ਼ ਸ਼ਰੀਫ ਨੇ ਬਾਕਾਇਦਾ ਨਾਂ ਲੈ ਕੇ ਚੀਫ ਆਫ ਆਰਮੀ ਸਟਾਫ ਤੇ ਦੂਸਰੇ ISI ਦੇ ਸਰਬਰਾਹ ਨੂੰ ਬਾਕਾਇਦਾ ਨਾਂ ਲੈ ਕੇ ਬੁਕਾਇਆ, ਜਿਹੜਾ ਪਾਕਿਸਤਾਨ ਦੇ ਆਮ ਰੂਟੀਨ ਵਿੱਚ ਨਹੀਂ ਹੁੰਦਾ। ਕਿਸੇ ਹਾਜ਼ਰ ਸਰਵਿਸ ਜਰਨਲ ਦਾ ਨਾਂ ਲੈ ਕੇ ਉਹਨੂੰ ਮੁਖਾਤਬ ਨਹੀਂ ਕੀਤਾ ਜਾਂਦਾ। ਸਾਬਕਾ ਜਰਨਲਾਂ ਦੇ ਖਿਲਾਫ ਗੱਲਾਂ ਹੁੰਦੀਆਂ ਰਹਿੰਦੀਆਂ ਨੇ, ਲੇਕਿਨ ਇਹ ਉਹ ਬਿਆਨੀਆਂ ਹੈ ਜਿੰਦਾ ਬੋਝ ਉਠਾਉਣਾ ਨੂਨ ਲੀਗ ਦੇ MNA ਤੇ MP ਵਾਸਤੇ ਜ਼ਰਾ ਮੁਸ਼ਕਿਲ ਹੈ। ਮੇਰੇ ਖਿਆਲ ਨਾਲ ਇਹਦਾ ਉਹਨਾਂ MPs MNA ਨੇ ਮੀਆਂ ਸਾਹਿਬ ਨੂੰ ਕਿਹਾ ਹੋਣਾ, ਮੀਆਂ ਸਾਹਿਬ ਕੋਈ ਥੋੜ੍ਹਾ ਮਾਮਲਾ ਤੇ ਥੋੜ੍ਹੀ ਜਿਹੀ ਨਰਮੀ ਪੈਦਾ ਕਰੋ। ਤੁਸੀਂ ਵੇਖਦੇ ਹੋ ਮੌਲਾਨਾ ਫਜ਼ਲ ਰਹਿਮਾਨ ਪਹਿਲਾਂ ਐਂਟੀ ਸਟੈਬਲਿਸ਼ਮੈਂਟ ਸਾਨੂੰ ਨਜ਼ਰ ਆਉਂਦਾ ਹੈ, ਜਦੋਂ ਕਿ ਜਲਸੇ ਦੇ ਵਿੱਚ ਤਕਰੀਰ ਉਹਨਾਂ ਜਿਹੜੀ ਕੀਤੀ ਹੈ ਉਹ ਵੇਖ ਲਓ ਇੰਨੀ ਐਂਟੀ ਸਟੈਬਲਿਸ਼ਮੈਂਟ ਨਹੀਂ ਹੈ। ਨੂਨ ਲੀਗ ਜ਼ਿਆਦਾ ਐਂਟੀ ਸਟੈਬਲਿਸ਼ਮੈਂਟ ਲੈਂਡ ਲੈ ਰਹੀ ਹੈ ਇਸ ਵਕਤ। ਨਵਾਜ਼ ਸ਼ਰੀਫ ਦੀ ਗੁਜਰਾਂਵਾਲੇ ਦੀ ਤਕਰੀਰ ਨਾਲੋਂ ਮਰੀਮ ਦੀ ਕਰਾਚੀ ਦੀ ਤਕਰੀਰ ਜ਼ਿਆਦਾ ਸਖਤ ਮਹਿਸੂਸ ਨਹੀਂ ਹੋਈ, ਕਿਉਂਕਿ ਮਰੀਮ ਨੇ ਬਾਕਾਇਦਾ ਨਾਂ ਨਹੀਂ ਲਿਆ। ਲੇਕਿਨ ਨੂਨ ਲੀਗ ਇੱਕ ਕੰਮ ਕਰ ਰਹੀ ਹੈ, ਇਦਾਰੇ ਨੂੰ ਤੇ ਸ਼ਖਸੀਅਤ ਨੂੰ ਅਲੱਗ-ਅਲੱਗ ਕਰ ਰਹੀ ਹੈ, ਜਿਹੜਾ ਕਿ ਮੁਮਕਿਨ ਨਹੀਂ। ਸ਼ਖਸੀਅਤ ਤੋਂ ਬਗੈਰ ਇਦਾਰੇ ਨਹੀਂ ਚੱਲਦੇ। ਜਿਸ ਵਕਤ ਤੱਕ ਸਰਬਰਾਹ ਤੇ ਤਨਕੀਦ ਕਰੋਗੇ, ਇਸ ਤੋਂ ਮੁਰਾਦ ਹੈ ਪੂਰਾ ਇਦਾਰਾ। ਔਰ ਆਰਮੀ ਬਹੁਤ ਜ਼ਿਆਦਾ ਡਿਸਿਪਲਿਨ ਇਦਾਰਾ ਹੈ, ਉਸ 'ਤੇ ਤਨਕੀਦ ਕਰਨਾ ਆਪਣੇ ਆਵਾਮ ਨੂੰ ਆਪਣੇ ਇਦਾਰੇ ਨੂੰ ਦੁਨੀਆ ਦੇ ਸਾਹਮਣੇ ਐਕਸਪੋਜ਼ ਕਰਨਾ ਹੈ, ਜਿਹੜਾ ਕਿ ਕੋਈ ਅੱਛਾ ਤਾਸੁਰ ਨਹੀਂ। ਮੇਰੇ ਖਿਆਲ ਨਾਲ MPs MNA ਨੇ ਮੀਆਂ ਸਾਹਿਬ ਨੂੰ ਜ਼ਰੂਰ ਇਹ ਕਿਹਾ ਹੋਣਾ ਹੈ, ਮੀਆਂ ਸਾਹਿਬ ਕੁਛ ਠਹਿਰਾਓ ਪੈਦਾ ਕਰੋ, ਕਿਉਂਕਿ ਮੀਆਂ ਸਾਹਿਬ ਬੇਸਿਕਲੀ ਐਂਟੀ ਸਟੈਬਲਿਸ਼ਮੈਂਟ ਰਹਿ ਹੀ ਨਹੀਂ ਕਦੀ। ਪਾਕਿਸਤਾਨ ਨੇ ਫਿਰ ਤੁਹਾਨੂੰ ਪਤਾ ਹੈ ਕਿ ਗੌਰਮੈਂਟਾਂ ਨੂੰ ਸਟੈਬਲਿਸ਼ਮੈਂਟ ਨਾਲ ਬਣਾ ਕੇ ਰੱਖਣੀ ਪੈਂਦੀ ਹੈ ਤੇ ਉਸ ਤੋਂ ਇਲਾਵਾ ਹਕੂਮਤਾਂ ਚਲਾਉਣੀਆਂ ਬਹੁਤ ਹੀ ਮੁਸ਼ਕਲ ਨੇ। ਪ੍ਰੋਗਰਾਮ ਚੂੰਕਿ ਅਸੀਂ ਜ਼ਿਆਦਾ ਲੰਬਾ ਨਹੀਂ ਕਰਨਾ ਚਾਹੁੰਦੇ, ਇਸ ਲਈ ਅਸੀਂ ਆਪਣੇ ਆਖਰੀ ਸਵਾਲ ਤੇ ਆਉਂਦੇ ਹਾਂ। ਅਮਾਰ ਸਾਹਿਬ, ਇਮਰਾਨ ਖਾਨ ਬਤੌਰ ਵਜ਼ੀਰ ਆਜ਼ਮ, क्या इन्होंने शायान शान है वे कि ये दूसरे ते तंज करन जिस तरह के मरियम नवाज नूं नानी कह दिता है? बिल्कुल यह ना मसला रहा है इमरान खान साहब का, वो बेसिकली अजे तक कंटेनर की जहनीयत विचों नहीं निकले। उन्होंने इशू ये वे कि जिस तरह कंटेनर से लोगों के उल्टे सीधे ना लेते सन, इस तरह ही वो कर रहे हैं। आपोजिशन से तनकीद के दौरान बाज़ औकात तुसीं वेख्या होना बिलावल ने जिवें पिछियां जिहा सैलाब आया सी कराची दे विच, बारिशां दी बहुत ज़्यादा बारिशां होईयां। बिलावल क्योंकि बेसिकली इंग्लिश स्पीकर है, उन्हें उर्दू बोलनी मुश्किल है। उन्हें बेसिकली जिस तरह कहा कि बारिश जब ज़्यादा आता है तो पानी ज़्यादा आता है। इमरान खान साहब ने बतौर तंज वो भी पार्लीमेंट हाउस इस तरह किया, बाज़ जलसियां दे विच भी वो इस तरह ही करते हैं। लेकिन जो मरीम नवाज से उन्हें तनकीद की है ना, ये बिल्कुल गलत काम है। ये एज आ वज़ीर आज़म पाकिस्तान उन्होंने जेब नहीं देता। एज आ अपोजिशन लीडर कोई भी कर सकता है, चलो बात जजती है, अपोजिशन सारिया तनकीदा करती है, बाज़ औकात हदां भी गुजर जाती है, लेकिन वज़ीर आज़म को रिस्ट्रेन शो करनी चाहिए कि कोई अच्छा मैसेज दुनिया नहीं जाता कि साडा प्राइम मिनिस्टर किसी भी मुल्क का प्राइम मिनिस्टर होवे वो इस तरह छोटिया छोटिया गल्लां ते तनकीद करे और किसी की ज़ातियात तक चला जाए और इस हद तक। लेकिन दूसरे पासे वेखो बिलावल ने तो मरीम ने मैच्योरिटी का सबूत जरूर दिता है। असीं अपने प्राइम मिनिस्टर अगे रिक्वेस्ट जरूर करांगे, प्राइम मिनिस्टर साहब तुसीं इस चीज़ ते रेस्ट्रेन ज़रा शो करो, तनकीद लोगों दी पॉलिसियां ते करो, तुहाडे कोल होर हज़ारां पहलू ने। इस दे नाल ही असी अज दे अपने प्रोग्राम का इख्तिताम करने और तुहाडे अगे फिर रिक्वेस्ट करने साडे चैनल नूं वधो वध लाइक करो, शेयर करो ते सबसक्राइब करो। अस्सलाम।